ਪੰਜਾਬੀ ਤਨਜ਼ੀਮਾਂ ਦੇ ਆਗੂਆਂ ਆਦਮਸ਼ੁਮਾਰੀ ਵਿੱਚ ਪੰਜਾਬ ਦੀ ਗਿਣਤੀ ਘੱਟ ਕਰਨ ਉਤੇ ਉਚੇਚਾ ਅਜਲਾਸ ਪੰਜਾਬ ਹਾਊਸ ਲਾਹੌਰ ਅੰਦਰ ਕੀਤਾ ਤੇ ਇਸ ਸਾਜ਼ਿਸ਼ ਦੀ ਭਰਵੀਂ ਨਿੰਦਿਆ ਕੀਤੀ। ਰਲਤੀਆਂ ਦਾ ਆਖਣਾ ਸੀ ਕਿ ਸਿਆਸੀ ਅਸ਼ਰਾਫੀਆ ਆਪਣੇ ਫਾਇਦੇ ਲਈ ਹਮੇਸ਼ਾ ਪੰਜਾਬ ਦੇ ਮਫਾਦਾਂ ਦਾ ਸੌਦਾ ਕਰਦੀ ਆਈ ਹੈ। ਮਰਦਮਸ਼ੁਮਾਰੀ 2023 ਦੇ ਵਿੱਚ ਪੰਜਾਬ ਦੀ ਆਬਾਦੀ ਘਟਾਏ ਜਾਣ ਦੇ ਖਿਲਾਫ ਪੰਜਾਬ ਹਾਊਸ ਲਾਹੌਰ ਦੇ ਵਿੱਚ ਅਹਿਮ ਇਜਲਾਸ ਹੋਇਆ। ਹੰਗਾਮੀ ਇਜਲਾਸ ਦੇ ਵਿੱਚ ਪੰਜਾਬੀ ਆਗੂਆਂ ਨੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ ਤੇ ਨਾਲੇ ਲਾਹੇ ਅਮਲ ਤਿਆਰ ਕੀਤਾ। ਇਸ ਹਵਾਲੇ ਨਾਲ ਜਾਣਦੇ ਹਾਂ ਬਜ਼ੁਰਗ ਪੰਜਾਬੀ ਆਗੂ ਜਨਾਬ ਡਾਕਟਰ ਜਮੀਲ ਅਹਿਮਦ ਪਾਲ ਸਾਹਿਬ ਦੇ ਕੋਲੋਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਮੇਰਾ ਖਿਆਲ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਹਰ ਪਾਸੇ ਪਛੜਿਆ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਉਹਨਾਂ ਸਾਡੇ ਕੋਲੋਂ ਜ਼ੁਬਾਨ ਖੋਈ, ਫਿਰ ਸਾਡੀ ਜ਼ੁਬਾਨ ਨੂੰ ਟੋਟਿਆਂ 'ਚ ਤਕਸੀਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਤਾਜ਼ਾ ਤਰੀਨ ਵਾਰਦਾਤ ਹੈ ਪਾ ਰਹੇ ਨੇ ਕਿ ਪੰਜਾਬ ਦੀ ਆਬਾਦੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਝ ਨਹੀਂ ਆਉਂਦੀ, ਬਲੋਚਿਸਤਾਨ 1.5 ਗੁਣਾ ਹੋ ਗਿਆ, ਕਰੋੜ ਤੋਂ 1.5 ਕਰੋੜ 1 ਕਰੋੜ 60 ਲੱਖ ਪਹੁੰਚ ਗਿਆ। ਪੰਜਾਬ ਜਿਹੜਾ ਉਹਦੀ ਆਬਾਦੀ ਘਟ ਰਹੀ ਹੈ, 5% ਦੀ ਸ਼ਰ੍ਹਾਂ ਨਾਲ ਵਧੀ ਹੈ। ਬਲੋਚਿਸਤਾਨ ਵਿੱਚ ਕਿਹੜਾ ਐਸਾ ਮੌਜੂਦਾ ਹੋਇਆ ਕਿ ਉਹਦੀ ਆਬਾਦੀ ਜਿਹੜੀ ਉਹ 1.5 ਗੁਣੀ ਹੋ ਗਈ ਹੈ ਤੇ ਸਾਡੀ 5% ਵੀ ਨਹੀਂ ਵਧੀ। ਨੌਜਵਾਨ ਪੰਜਾਬੀ ਆਗੂ ਹਕੀਮ ਆਸਫ ਗੁੱਜਰ ਸਾਹਿਬ ਵੀ ਅੱਜ ਦੇ ਇਜਲਾਸ ਸ਼ਰੀਕ ਹੋਏ। ਉਹਨਾਂ ਕੋਲੋਂ ਵੀ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਇਸ ਬਾਰੇ 'ਚ ਕੀ ਵਿਚਾਰ ਆ। ਪੂਰੀ ਦੁਨੀਆ 'ਚ ਜਿਹੜੇ ਵੱਡੇ ਸ਼ਹਿਰਾਂ ਦੀ ਆਬਾਦੀ ਵੱਧ ਰਹੀ ਹੈ, ਉਹਨਾਂ ਦੇ ਵਿੱਚ ਇੱਕ ਲਾਹੌਰ ਵੀ ਹੈਗਾ, ਠੀਕ ਹੈ ਜੀ। ਔਰ ਹਮੇਸ਼ਾ ਆਵਾਮ ਇਨਸਾਨ ਉੱਥੇ ਹੀ ਜਾਂਦਾ ਜਿੱਥੇ ਰੋਜ਼ਗਾਰ ਮਿਲੇ ਅਤੇ ਉਹਨੂੰ ਸਭ ਤੋਂ ਪਹਿਲੇ ਇਕੱਲਾ ਅਮਨ ਮਿਲੇ, ਉਹਨਾਂ 'ਚ ਸ਼ਾਮਲ ਹੈਗਾ। ਜਦੋਂ ਦਾ ਪਾਕਿਸਤਾਨ ਬਣਿਆ ਹੁਣ ਤੱਕ ਅਗਰ ਕਿਸੇ ਦੀ ਆਬਾਦੀ ਸਭ ਤੋਂ ਜ਼ਿਆਦਾ ਵੱਧ ਰਹੀ ਹੈ ਗਰੋਥ ਨਾਲ ਰੇਸ਼ੋ ਨਾਲ, ਅਤੇ ਉਹ ਪੰਜਾਬ ਸੀ। ਔਰ ਪੰਜਾਬ ਦੇ ਸ਼ਹਿਰਾਂ 'ਚ ਸ਼ਹਿਰ ਲਾਹੌਰ ਸੀ। ਅਤੇ ਇਹ ਕਹਿਣਾ ਚਾਹਾਂਗੇ ਕਿ ਜਦੋਂ ਸਾਰੇ ਇੱਥੋਂ ਦਾ ਰੁਖ ਕਰਨ ਦੇ ਨੇ ਅਤੇ ਉਹਦੀ ਇਬਾਦਤ ਦਾ ਕਿਹੜਾ ਗ੍ਰਾਫਿਕਲੀ ਰੇਸ਼ੋ ਉਹ ਇੰਨੀ ਕਮ ਕਿਉਂ ਹੈਗੀ ਹੈ? ਕਿਆ ਇੱਕ ਸੋਚੀ ਸਮਝੀ ਕਿਆ ਸਕੀਮ ਨਹੀਂ ਹੈਗੀ? ਅਤੇ ਦੂਸਰੀ ਅਸੀਂ ਇਹ ਗੱਲ ਕਰਨਾ ਚਾਹਾਂਗਾ ਮੈਂ ਕਿ ਬਲੋਚਿਸਤਾਨ ਦੀ ਆਬਾਦੀ ਕਿਵੇਂ ਵੱਧ ਗਈ। ਬਾਅਦ ਲੋਕ ਸਾਡੇ ਇਤਰਾਜ਼ ਕਰਦੇ ਨੇ ਕਿ ਕਹਿੰਦਾ ਮਕਸਦ ਹੈ ਉਹਨਾਂ ਦੀ ਕਿਹੜੀ 20% ਆਬਾਦੀ ਖਤਮ ਕਰ ਦਿੱਤੀ ਗਈ ਹੈ ਅਤੇ ਕੁਛ ਅਦਾਰਿਆਂ ਨੇ, ਅਤੇ ਜਦ ਕਿ ਫਿਰ ਵੀ ਉਹਨਾਂ ਦੀ ਆਬਾਦੀ ਵੱਧ ਗਈ ਹੈ। ਅਤੇ ਇੱਥੇ ਕਹਿੰਦੇ ਨੇ ਪੰਜਾਬ 'ਚ ਕੋਈ ਜਾਨਵਰ ਵੀ ਨਹੀਂ ਮਰਦਾ, ਅਤੇ ਇੱਥੇ ਤਾਂ ਇਨਸਾਨ ਦੇ ਜ਼ਿੰਦਾ ਇਨਸਾਨ ਹੀ ਗਾਇਬ ਹੋ ਗਏ ਨੇ ਕਿ ਇਹ ਸੋਚਣ ਦੀ ਗੱਲ ਨਹੀਂ ਹੈਗੀ। ਅਤੇ ਦੂਸਰੀ ਗੱਲ ਹੈ ਕਿ ਲਾਹੌਰ ਦੀ ਕਮੋਪੇਸ਼ ਆਬਾਦੀ ਕੇ ਲਈ ਉਹ ਇਸ ਟਾਈਮ 2 ਕਰੋੜ ਹੈ। ਉਹ ਇਸ ਤਰ੍ਹਾਂ ਹੈ ਕਿ ਅਗਰ ਤੁਸੀਂ ਮਸ਼ਰਕ ਦੀ ਤਰਫ ਜਾਵੋ ਅਤੇ ਜਲੋ ਮੋੜ ਤੋਂ ਅੱਗੇ ਸਕੀਮਾਂ ਔਰ ਬਾਕਾਇਦਾ ਘਰ ਪੈ ਗਏ ਨੇ, ਉੱਧਰੋਂ ਤੁਸੀਂ ਕਸੂਰ ਦੀ ਤਰਫ ਜਾਓ, ਉੱਧਰੋਂ ਰਾਏਵਿੰਡ ਦੀ ਤਰਫ ਜਾਓ, ਉੱਧਰੋਂ ਸ਼ਰਕਪੁਰ ਦੀ ਤਰਫ ਜਾਓ, ਉੱਧਰੋਂ ਤੁਸੀਂ ਗੁਜਰਾਂਵਾਲੇ ਨਾਲ ਜਾ ਕੇ ਲੱਗ ਨੇ। ਲਾਹੌਰ ਦੇ ਜਿਸ ਸਿਮਤ ਵੀ ਜਾਓਗੇ ਤੇ ਤੁਸੀਂ ਆਬਾਦੀ ਕਿਹੜੀ ਉਹਦੀ ਵੱਧ ਰਹੀ ਹੈ। ਪੰਜਾਬੀ ਦਾਨਿਸ਼ਵਰ ਜਨਾਬ ਹਸਨੈਨ ਭੱਟੀ ਸਾਹਿਬ ਉਹ ਵੀ ਅੱਜ ਆਏ ਅਤੇ ਇਸ ਇਜਲਾਸ ਦੇ ਵਿੱਚ ਸ਼ਰੀਕ ਹੋਏ। ਹਸਨੈਨ ਸਾਹਿਬ ਕੋਲੋਂ ਅਸੀਂ ਜਾਣਾਂਗੇ ਕਿ ਮਰਦਮਸ਼ੁਮਾਰੀ ਵਾਲੇ ਅਹਿਮ ਇਸ਼ੂ ਤੇ ਉਹਨਾਂ ਦਾ ਕੀ ਕਹਿਣਾ। ਯੂਨੀਵਰਸਲ ਪ੍ਰਿੰਸੀਪਲ ਹੈ ਕਿ ਲੋਕ ਹਮੇਸ਼ਾ ਪਹਾੜਾਂ ਤੋਂ ਮੈਦਾਨਾਂ ਲਾਉਂਦੇ ਨੇ, ਮੈਦਾਨਾਂ ਤੋਂ ਪਹਾੜਾਂ ਨਹੀਂ ਚੜ੍ਹਦੇ। ਯੂਨੀਵਰਸਲ ਪ੍ਰਿੰਸੀਪਲ ਹੈ ਔਰ ਉਸ ਨੂੰ ਸਾਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਔਰ ਇਸ ਕਾਇਨਾਤੀ ਅਸੂਲ ਨੂੰ ਮੱਦੇਨਜ਼ਰ ਰੱਖਦਿਆਂ ਗੋ ਕਰੋ ਕਿਆ ਪੰਜਾਬ ਵਾਲਾ ਆਬਾਦੀ ਪਹਾੜਾਂ ਤੋਂ ਇੱਧਰ ਆਏ ਨੇ ਜਾਂ ਇੱਧਰੋਂ ਪਹਾੜਾਂ ਲਗਾਈਏ। ਅਤੇ ਬਲੋਚਿਸਤਾਨ ਦੀ ਆਬਾਦੀ ਜ਼ਿਆਦਾ ਸ਼ੋਅ ਕੀਤੀ ਜਾ ਰਹੀ ਹੈ, ਪੰਜਾਬ ਦੀ ਆਬਾਦੀ ਘੱਟ ਸ਼ੋਅ ਕੀਤੀ ਜਾ ਰਹੀ ਹੈ। ਕਿਆ ਇਹ ਹਰ ਅਸੂਲ ਦੇ ਖਿਲਾਫ ਨਹੀਂ? ਲਿਹਾਜ਼ਾ ਇਹਦੇ ਉੱਤੇ ਤਹਿਕੀਕ ਦੀ ਜ਼ਰੂਰਤ ਹੈ। ਔਰ ਅਗਰ ਮਰਦਮਸ਼ੁਮਾਰੀ ਨੂੰ ਰੋਕ ਕੇ ਜਾਂ ਦੁਬਾਰਾ ਕਰਾਈ ਜਾਏ ਜਾਂ ਇਸੇ ਮਰਦਮਸ਼ੁਮਾਰੀ ਨੂੰ ਰੋਕ ਕੇ ਇਹਦੇ ਰਿਜ਼ਲਟ ਬਿਹਤਰ ਕੀਤੇ ਜਾਣ, ਜਿਸ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੀ ਆਬਾਦੀ ਘੱਟ ਸ਼ੋਅ ਆ ਰਹੀ ਹੈ, ਉਸ ਨੂੰ ਵੀ ਸਹੀ ਕੀਤਾ ਜਾਏ। ਔਰ ਪੰਜਾਬ ਦੀ ਲੋਕਾਈ ਆਪਣਾ ਹੱਕ ਮੰਗਦੀ ਹੈ ਇਸ ਹਵਾਲੇ ਨਾਲ। ਔਰ ਪੰਜਾਬ ਦੇ ਹੀ ਲੀਡਰ ਨੇ ਉਹ ਜਮਾਤਾਂ ਜਿਹੜੀਆਂ ਵਫਾਕ ਦਾ ਦਾਅਵਾ ਕਰਦੀਆਂ ਨੇ, ਪੀਪਲ ਪਾਰਟੀ, ਮੁਸਲਿਮ ਲੀਗ ਨੂਨ, PTI, ਇਹਨਾਂ ਦੀ ਜ਼ਿੰਮੇਵਾਰੀ ਹੈ ਔਰ ਦੂਸਰੀਆਂ ਜਮਾਤਾਂ ਵੀ ਕਿ ਹੱਕ ਗੱਲ ਕਰਨ। ਬਜ਼ੁਰਗ ਪੰਜਾਬੀ ਦਾਨਿਸ਼ਵਰ ਜਨਾਬ ਮੀਆਂ ਜ਼ਫਰ ਮਕਬੂਲ ਸਾਹਿਬ ਵੀ ਅੱਜ ਦੇ ਇਜਲਾਸ ਸ਼ਰੀਕ ਹੋਏ। ਮੀਆਂ ਜ਼ਫਰ ਸਾਹਿਬ ਕੋਲੋਂ ਅਸੀਂ ਜਾਣਦੇ ਹਾਂ ਕਿ ਮਰਦਮਸ਼ੁਮਾਰੀ ਦੇ ਬਾਰੇ 'ਚ ਉਹਨਾਂ ਦਾ ਕੀ ਖਿਆਲ ਆ। ਪੰਜਾਬ ਦੀ ਮਰਦਮਸ਼ੁਮਾਰੀ ਨੂੰ ਮਜ਼ੀਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਦਾ ਨਤੀਜਾ ਅੱਜ ਕੱਲ੍ਹ ਦੇ ਵਿੱਚ ਸਾਹਮਣੇ ਆਉਣ ਵਾਲਾ ਹੈ। ਔਰ ਇਹ ਸਰਾਸਰ ਜ਼ਿਆਦਤੀ ਹੈ, ਜ਼ੁਲਮ ਹੈ। ਸਾਡੇ ਨਾਲ ਹੀ ਨਹੀਂ ਬਲਕਿ ਸਾਡੀ ਆਉਣ ਵਾਲੀ ਨਸਲ ਨਾਲ ਵੀ ਜ਼ੁਲਮ ਹੈ। ਔਰ ਸਾਨੂੰ ਇਸ ਪਾਸੇ ਤਵੱਜੋ ਦੇਣੀ ਚਾਹੀਦੀ, ਬਲਕਿ ਸਾਡੇ ਤੋਂ ਜ਼ਿਆਦਾ ਸਾਡੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਬਿਲਖਸੂਸ ਤਵੱਜੋ ਦੇਣੀ ਚਾਹੀਦੀ ਹੈ, ਜਿਹੜੇ ਅੱਜ ਵੀ ਸੀਟਾਂ 'ਤੇ ਨੇ, ਜਿਨ੍ਹਾਂ ਨੇ ਕੱਲ੍ਹ ਵੀ ਸੀਟਾਂ 'ਤੇ ਹੋਣਾ। ਲੇਕਿਨ ਇਸ ਪਾਸੇ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਅਤੇ ਅਸੀਂ ਪੰਜਾਬੀ ਹਾਂ ਅਤੇ ਬਾਬਾ ਸ਼ਾਹ ਹੁਸੈਨ ਨੂੰ ਮੰਨਣ ਵਾਲੇ ਹਾਂ। ਅਤੇ ਬਾਬਾ ਸ਼ਾਹ ਹੁਸੈਨ ਕਹਿੰਦਾ ਹੈ ਕਿ ਹੱਕ ਨਾ ਮਿਲਦੇ ਮੰਗੇ, ਅਤੇ ਸਾਨੂੰ ਇਹ ਤਰੀਕਾ ਵੀ ਆਉਂਦਾ ਹੈ ਇਸ ਤੋਂ ਪਹਿਲੇ ਕਿ ਅਸੀਂ ਮਤਲਬ ਬਾਬੇ ਸ਼ਾਹ ਹੁਸੈਨ ਦੀ ਗੱਲ ਨੂੰ ਪਾਣੀ ਦੇਈਏ। ਅੱਛਾ ਇਹ ਵੇ ਕਿ ਤੁਸੀਂ ਖੁਦ ਹੀ ਇਹਦੇ ਤਵੱਜੋ ਦਿਓ ਔਰ ਸਾਡੇ ਹੱਕ ਜਿਹੜੇ ਨੇ ਉਹਨਾਂ ਨੂੰ ਬਹਾਲ ਕਰੋ, ਇਹਨਾਂ ਨੂੰ ਪਾਮਾਲ ਨਾ ਹੋਣ ਦਿਓ। ਆਗੂਆਂ ਆਖਿਆ ਕਿ ਉਹ ਵੇਲਾ ਲੰਘ ਗਿਆ ਜਦ ਅਜਿਹੀਆਂ ਸਾਜ਼ਿਸ਼ਾਂ ਕਰਨ ਵਾਲੇ ਆਪਣੇ ਮਕਸਦਾਂ ਵਿੱਚ ਕਾਮਯਾਬ ਹੋ ਜਾਂਦੇ ਸਨ। ਮੁਤਨਾਜ਼ੇ ਆਦਮਸ਼ੁਮਾਰੀ ਰਾਹੀਂ ਪੰਜਾਬ ਦੇ ਖਿਲਾਫ ਸਾਜ਼ਿਸ਼ ਨੂੰ ਕਿਸੇ ਸੂਰਤ ਕਬੂਲ ਨਹੀਂ ਕੀਤਾ ਜਾਵੇਗਾ। ਜਨਾਬ ਕਾਇਦੇ ਤਹਿਰੀਕ ਪੰਜਾਬੀ ਜ਼ੁਬਾਨ ਤਹਿਰੀਕ ਦੇ ਸਰਬਰਾਹ ਇਲਿਆਸ ਘੁੰਮਣ ਸਾਹਿਬ ਵੀ
ਮਰਦਮਸ਼ੁਮਾਰੀ ਵਾਲੇ ਇਸ਼ੂ ਤੇ ਸਾਡੇ ਨਾਲ ਗੱਲਬਾਤ ਕਰਨਗੇ। ਪੰਜਾਬ ਨਾਲ ਇੱਥੇ ਹਮੇਸ਼ਾ ਹੀ ਬੜੀਆਂ ਸਾਜ਼ਿਸ਼ਾਂ ਹੋਈਆਂ ਨੇ। ਇਹ ਦੁਨੀਆ ਦਾ ਮੰਨਿਆ ਪਰਵੰਨਿਆ ਇੱਕ ਹਕੀਕਤ ਜਾਂ ਫੈਕਟ ਹੈ ਕਿ ਪੰਜਾਬ ਸਿਰਫ ਪਾਕਿਸਤਾਨ ਵਿੱਚ ਹੀ ਨਹੀਂ, ਦੁਨੀਆ ਦਾ ਸਭ ਤੋਂ ਡੈਂਸਲੀ ਪਾਪੂਲੇਟਡ ਏਰੀਆ ਹੈ ਦੁਨੀਆ ਦਾ। ਤੁਸੀਂ ਆਲੇ ਦੁਆਲੇ ਕਿਸੇ ਵੀ ਸ਼ਹਿਰ ਦੇ ਆਪਣੇ ਲਾਹੌਰ ਦਾ ਵੇਖ ਲਓ, ਗੁਜਰਾਂਵਾਲੇ ਦਾ, ਫੈਸਲਾਬਾਦ ਦਾ, ਕਿ ਹੁਣ ਸਾਡੇ ਤੇ ਇੱਥੇ ਪੈਲੀਆਂ ਰਹੀਆਂ ਹੀ ਨਹੀਂ। ਹਰ ਪਾਸੇ ਤੁਹਾਨੂੰ ਆਬਾਦੀ ਹੀ ਆਬਾਦੀ ਹੀ ਆਬਾਦੀ ਹੀ ਨਜ਼ਰ ਆਏਗੀ। ਇਹਦਾ ਮਤਲਬ ਹੈ ਬੜੀ ਹੀ ਗਹਿਰੀ ਸਾਜ਼ਿਸ਼ ਹੈ ਇਸ ਮਰਦਮਸ਼ੁਮਾਰੀ ਦੇ ਵਿੱਚ। ਔਰ ਮੈਂ ਉਹਨਾਂ ਆਪਣੇ ਜਿਹੜੇ ਸਿਆਸਤਦਾਨ ਹੋਣ ਦਾ ਦਾਅਵੇਦਾਰ ਕਰਦੇ ਨੇ ਔਰ ਹੱਕਾਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਮੈਂ ਸ਼ਰਮ ਦਿਵਾਉਣਾ ਚਾਹੁੰਦਾ ਕਿ ਉਹਨਾਂ ਦੇ ਹੁੰਦੇ ਹੋਏ ਤੁਹਾਡੇ ਬੱਚਿਆਂ ਦੇ ਹੱਕ ਜਿਹੜੇ ਨੇ ਖੋਏ ਜਾ ਰਹੇ ਨੇ। ਸਾਡੀ ਆਬਾਦੀ ਨੂੰ ਘੱਟ ਕਰਨ ਦਾ ਕੀ ਮਤਲਬ ਹੈ ਕਿ ਤੁਹਾਡੀਆਂ ਸਿਰਫ ਕੌਮੀ ਜਿਹੜੀਆਂ ਨੇ ਅਸੈਂਬਲੀ ਦੀਆਂ ਸੀਟਾਂ ਹੀ ਨਹੀਂ ਘਟਣੀਆਂ, ਤੁਹਾਡੀਆਂ ਪੰਜਾਬ ਅਸੈਂਬਲੀ ਦੀਆਂ ਵੀ ਘਟਣੀਆਂ ਨੇ, ਤੁਹਾਡੇ ਨੌਕਰੀਆਂ ਬੱਚਿਆਂ ਦੀਆਂ ਘਟ ਜਾਣੀਆਂ ਨੇ, ਤੁਹਾਡੇ ਅਸੀਂ ਕਿਸੇ ਵੀ ਇਸ ਤਰ੍ਹਾਂ ਦੀ ਸਾਜ਼ਿਸ਼ ਨੂੰ ਨਹੀਂ ਅਮਲੀ ਤੌਰ 'ਤੇ ਕਾਮਯਾਬ ਹੋਣ ਦੇਣਾ। ਔਰ ਇਹ ਜ਼ਿਹਨ ਨਸ਼ੀਨ ਰੱਖਣਾ ਕਿ ਨਹੀਂ, ਜੇ ਸਾਡੀ ਮੁਖਤਲਿਫ ਪਾਰਟੀਆਂ ਦੇ ਸਿਆਸੀ ਪਾਰਟੀਆਂ ਦੇ ਲੋਕ ਨਿਕਲਦੇ ਤੇ ਪੰਜਾਬ ਪੂਰਾ ਬਾਹਰ ਹੋਵੇਗਾ, ਇਹ ਯਾਦ ਰੱਖਣਾ। ਪੰਜਾਬੀ ਆਰਜ ਜਨਾਬ ਹਾਫਿਜ਼ ਮੁਮਤਾਜ਼ ਮਲਕ ਸਾਹਿਬ ਵੀ ਅੱਜ ਸਾਡੇ ਨਾਲ ਆਏ ਇੱਥੇ। ਤੇ ਹਾਫਿਜ਼ ਸਾਹਿਬ, ਤੁਸੀਂ ਦੱਸੋ, ਜਿਹੜੀ ਪੰਜਾਬ ਦੀ ਆਬਾਦੀ ਘਟਾਈ ਜਾ ਰਹੀ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਪੰਜਾਬ ਦੇ ਨਾਲ ਦੁਸ਼ਮਣੀ ਅੱਜ ਦੀ ਨਹੀਂ, ਬੜੀ ਦੇਰ ਦੀ ਹੁੰਦੀ ਆ ਰਹੀ ਹੈ। ਦੁਸ਼ਮਣ ਦਾ ਕੰਮ ਤਾਂ ਇਹ ਹੀ ਹੈ ਕਿ ਉਹਨੇ ਵਾਰ ਕਰਨਾ ਜਾਂ ਹਮਲੇ ਕਰਨੇ, ਲੇਕਿਨ ਅਲਮੀਆ ਇਹ ਵੇ ਕਿ ਅਸੀਂ ਹਮਲਿਆਂ ਦੇ ਬਾਵਜੂਦ ਸੁੱਤੇ ਪਏ ਹੋਏ ਹਾਂ। ਅੱਜ ਨਹੀਂ ਜਾਗਾਂਗੇ ਤੇ ਪਤਾ ਨਹੀਂ ਅਸਾਂ ਕਦੋਂ ਜਾਗਣਾ ਹੈ। ਅੱਜ ਇਹ ਸਾਡੀ ਮਰਦਮਸ਼ੁਮਾਰੀ ਹੋਈ ਹੈ ਔਰ ਮਰਦਮਸ਼ੁਮਾਰੀ ਬਜਾਏ ਇਸ ਦੇ ਕਿ ਵਧੇ, ਇਹ ਘਟਾਈ ਜਾ ਰਹੀ ਹੈ। ਇੱਕ ਸਾਜ਼ਿਸ਼ ਦੇ ਤਹਿਤ ਇਹਨੂੰ ਘਟਾਇਆ ਜਾ ਰਿਹਾ ਹੈ। ਇਹਦੇ ਨਾਲ ਵਸਾਇਲ ਦੀ ਵੀ ਕਮੀ ਹੋਏਗੀ, ਇਹਦੇ ਨਾਲ ਹੋਰ ਬੜੇ ਮਸਲੇ ਖੜੇ ਹੋਣਗੇ। ਇਸ ਲਈ ਗੁਜ਼ਾਰਿਸ਼ ਇਹ ਵੇ ਕਿ ਇਹ ਜਿਹੜੀ ਸਾਜ਼ਿਸ਼ ਹੈ ਅੱਜ ਹੀ ਇਹਨੂੰ ਇੱਥੇ ਰੋਕ ਲਈਏ। ਨੌਜਵਾਨ ਪੰਜਾਬੀ ਬਜ਼ੁਰਗ ਆਗੂ ਚੇਅਰਮੈਨ ਪੰਜਾਬੀ ਮੀਡੀਆ ਗਰੁੱਪ ਜਨਾਬ ਮੁਦੱਸਰ ਇਕਬਾਲ ਬੱਟ ਸਾਹਿਬ, ਜਿਨ੍ਹਾਂ ਨੇ ਅੱਜ ਦੇ ਇਜਲਾਸ ਦੀ ਸਦਾਰਤ ਕੀਤੀ, ਉਹਨਾਂ ਦੇ ਕੋਲੋਂ ਹੁਣ ਅਸੀਂ ਜਾਣਦੇ ਹਾਂ ਕਿ ਕੀ ਫੈਸਲਾ ਕੀਤਾ ਗਿਆ ਕਿ ਜਿਹੜਾ ਮਰਦਮਸ਼ੁਮਾਰੀ ਦੇ ਵਿੱਚ ਪੰਜਾਬ ਦੀ ਆਬਾਦੀ ਘਟਾਈ ਜਾ ਰਹੀ ਹੈ, ਪੰਜਾਬ ਦੀਆਂ ਕੌਮੀ ਅਸੈਂਬਲੀ ਦੀਆਂ ਸੀਟਾਂ ਘਟਾਈਆਂ ਜਾ ਰਹੀਆਂ, ਅੱਗੇ NFC ਅਵਾਰਡ ਵੀ ਘਟੇਗਾ, ਬਹੁਤ ਸਾਰੇ ਮਸਾਇਲ ਪੈਦਾ ਹੋਣਗੇ। ਕਿ ਬੱਟ ਸਾਹਿਬ ਕੀ ਫਾਈਨਲ ਫੈਸਲੇ ਕੀਤੇ ਅੱਜ? तमाम ਪੰਜਾਬੀ ਤਨਜ਼ੀਮਾਂ ਦੇ ਆਗੂਆਂ ਦੀ ਅਗਵਾਈ ਵਿੱਚ ਇਕੱਠਾ ਹੋਇਆ, ਉਹਦੇ ਸਾਰੇ ਪੰਜਾਬੀ ਪਿਆਰਿਆਂ ਨੇ ਸ਼ਿਰਕਤ ਕੀਤੀ। ਉਹਦੇ ਮੁਤਫਿਕਾ ਤੌਰ 'ਤੇ ਫੈਸਲਾ ਕੀਤਾ ਗਿਆ ਕਿ ਮਰਦਮਸ਼ੁਮਾਰੀ ਦਾ ਜਿਹੜਾ ਘਿਨਾਉਣਾ ਖੇਲ ਖੇਲਿਆ ਜਾ ਰਿਹਾ, ਇਹਨੂੰ ਅਸੀਂ ਡੱਕਣ ਲਈ ਆਪਣਾ ਪੂਰਾ ਢਿੱਲ ਲਾਉਣਾ ਚਾਹੀਦਾ ਸਾਨੂੰ। ਔਰ ਸਾਨੂੰ ਇਕੱਠਿਆਂ ਹੋ ਕੇ ਤਮਾਮ ਪਹਿਲੂਆਂ 'ਤੇ ਇਹ ਗੌਰ ਕਰਨਾ ਪਵੇਗਾ ਕਿ ਇਹਦੇ ਪਿੱਛੇ ਕੌਣ ਕਿਹੜੀਆਂ ਸਾਜ਼ਿਸ਼ਾਂ ਕਾਰ ਫਰਮਾਨ ਹੈ। ਅਸੀਂ ਸੋਸ਼ਲ ਮੀਡੀਆ 'ਤੇ, ਪ੍ਰਿੰਟ ਮੀਡੀਆ ਰਾਹੀਂ, ਇਲੈਕਟ੍ਰੋਨਿਕ ਮੀਡੀਆ ਰਾਹੀਂ ਔਰ ਜ਼ਾਤੀ ਹਸੀਅਤ ਨਾਲ ਵੀ ਹਰ ਥਾਂ 'ਤੇ ਜਾ ਕੇ ਇਸ ਮਾਮਲੇ ਨੂੰ ਚੁੱਕਾਂਗੇ ਔਰ ਇਸ ਜ਼ਿਆਦਤੀ ਔਰ ਜ਼ੁਲਮ ਦਾ ਅਸੀਂ ਅਹਿਸਾਸ ਦਵਾਵਾਂਗੇ ਆਪਣੇ ਅਕਾਬਰੀਨ ਨੂੰ। ਅਸੀਂ ਅੱਜ ਦੇ ਇਜਲਾਸ ਵਿੱਚ ਫੈਸਲਾ ਕੀਤਾ ਗਿਆ ਕਿ ਅਸੀਂ ਮਨ ਨਸਲ ਕੌਮ ਇਜਤਮਾਹੀ ਤੌਰ 'ਤੇ ਵੀ ਆਪਣੀ तमाम ਲੀਡਰਸ਼ਿਪ, तमाम ਸਿਆਸਤਦਾਨਾਂ, तमाम ਸਹਾਫੀਆਂ ਔਰ तमाम ਅਹਿਲੇ ਇਕਤਦਾਰ ਤੱਕ ਇਸ ਜ਼ਿਆਦਤੀ ਦੀ ਆਵਾਜ਼ ਪਹੁੰਚਾਵਾਂਗੇ ਤਾਂ ਕਿ ਅਸੀਂ ਇਸ ਮਸਲੇ ਨੂੰ ਬਾਸਾਨੀ ਹੱਲ ਕਰ ਸਕੀਏ। ਪੰਜਾਬੀ ਤਹਿਰੀਕ ਦੇ ਆਗੂਆਂ ਫੈਸਲਾ ਕੀਤਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਹਕੂਮਤ ਦੇ ਖਿਲਾਫ ਭਰਵਾਂ ਇhtਜਾਜ ਕੀਤਾ ਜਾਵੇਗਾ। ਦੁਨੀਆ ਦੇ ਹਰ ਅਸੂਲ ਦੇ ਤਹਿਤ ਪੰਜਾਬ ਦੀ ਆਬਾਦੀ ਕਈ ਗੁਣਾ ਵਧਣੀ ਚਾਹੀਦੀ ਸੀ, ਜਿਹੜੀ ਕਿ ਬਾਕੀ ਸੂਬਿਆਂ ਦੀ ਨਿਸਬਤ ਘਟਾ ਦਿੱਤੀ ਗਈ। ਪੰਜਾਬ ਵੱਲ ਆਬਾਦੀ ਦਾ ਫਲੋ ਵੀ ਸਭ ਤੋਂ ਜ਼ਿਆਦਾ, ਪੰਜਾਬ ਦੇ ਵਿੱਚ ਆਬਾਦਕਾਰੀ ਵੀ ਸਭ ਤੋਂ ਜ਼ਿਆਦਾ, ਪੰਜਾਬ ਦੇ ਵਿੱਚ ਅਫਗਾਨੀਆਂ ਦੀ ਆਮਦ ਵੀ ਸਭ ਤੋਂ ਜ਼ਿਆਦਾ। ਪਰ ਜਦੋਂ ਮਰਦਮਸ਼ੁਮਾਰੀ ਦੇ ਨਤਾਇਜ ਸਾਹਮਣੇ ਆ ਰਹੇ ਆ ਤੇ ਉਹਦੇ ਮੁਤਾਬਿਕ ਪੰਜਾਬ ਦੀ ਆਬਾਦੀ ਦੇ ਵਿੱਚ ਜਿਹੜਾ ਇਜ਼ਾਫਾ ਬਾਕੀ ਸਾਰੇ ਸੂਬਿਆਂ ਦੀ ਨਿਸਬਤ ਬਹੁਤ ਜ਼ਿਆਦਾ ਘੱਟ ਆ ਤੇ ਇਸ ਨੂੰ ਬਿਲਕੁਲ ਤਸਲੀਮ ਕਰਨ ਤੋਂ ਇਨਕਾਰ ਕਰ ਦਿੱਤਾ। ਅੱਜ ਸਾਰੇ ਪੰਜਾਬੀ ਆਗੂਆਂ ਨੇ ਫੈਸਲਾ ਕੀਤਾ ਕਿ ਪੰਜਾਬ ਦੀ ਜਿਹੜੀ ਆਬਾਦੀ ਘਟਾਈ ਗਈ ਆ, ਇਹਨੂੰ ਕਿਸੇ ਸੂਰਤ ਕਬੂਲ ਨਹੀਂ ਕੀਤਾ ਜਾਏਗਾ, ਇਹਦੇ ਉੱਤੇ ਚੁੱਪ ਕਰਕੇ ਨਹੀਂ ਬੈਠਿਆ ਜਾਏਗਾ, ਬਲਕਿ ਹਰ ਕਿਸਮ ਦਾ ਅਮਲੀ ਇਕਦਾਮ ਕੀਤਾ ਜਾਏਗਾ। ਮੀਆਂ ਆਸਫ ਅਲੀ, ਭੁਲੇਖਾ TV, ਲਾਹੌਰ।